ਹੈਲੋ ਡੀਅਰ ਸਟੂਡੈਂਟਸ। ਕਾਬੂ ਅਤੇ ਤਾਲਮੇਲ, ਕੰਟਰੋਲ ਐਂਡ ਕੋਆਰਡੀਨੇਸ਼ਨ। ਬੱਚਿਓ, ਤੁਸੀਂ ਪਹਿਲਾਂ ਹੀ ਇਸ ਚੈਪਟਰ ਬਾਰੇ ਪੜ੍ਹ ਚੁੱਕੇ ਹੋ, ਫਿਰ ਵੀ ਤੁਹਾਡੇ ਨਾਲ ਥੋੜ੍ਹਾ ਜਿਹਾ ਸ਼ੇਅਰ ਕਰ ਰਿਹਾ ਹਾਂ ਕਿ ਤੁਸੀਂ ਇਸ ਚੈਪਟਰ ਬਾਰੇ ਕੀ ਸਿੱਖਿਆ ਹੈ। ਹੁਣ ਤੱਕ ਤੁਸੀਂ ਪੜ੍ਹਿਆ ਹੈ ਇਸ ਚੈਪਟਰ ਦੇ ਵਿੱਚ ਕਿ ਸਾਡੇ ਸਰੀਰ ਵਿੱਚ ਕਾਬੂ ਅਤੇ ਤਾਲਮੇਲ ਦਾ ਕਾਰਜ ਨਾੜੀ ਪ੍ਰਣਾਲੀ ਅਤੇ ਹਾਰਮੋਨ ਦਾ ਹੈ। ਨਾੜੀ ਪ੍ਰਬੰਧ ਦੀ ਪ੍ਰਤੀਕਿਰਿਆ ਨੂੰ ਪ੍ਰਤੀਵਿਰਤੀ ਕਿਰਿਆ, ਇਛੁਕ ਕਿਰਿਆ ਜਾਂ ਅਨਿਛੁਕ ਕਿਰਿਆ ਵਿੱਚ ਵਰਗੀਕ੍ਰਿਤ ਕੀਤਾ ਜਾ ਸਕਦਾ ਹੈ। ਸੰਦੇਸ਼ ਸੰਚਾਰਿਤ ਕਰਨ ਲਈ ਨਾੜੀ ਪ੍ਰਬੰਧ ਬਿਜਲਈ ਆਵੇਗ ਦੀ ਵਰਤੋਂ ਕਰਦਾ ਹੈ। ਰਸਾਇਣਿਕ ਤਾਲਮੇਲ ਪੌਦਿਆਂ ਅਤੇ ਜੰਤੂਆਂ ਦੋਵਾਂ ਵਿੱਚ ਵੇਖਿਆ ਜਾ ਸਕਦਾ ਹੈ। ਰਸਾਇਣਿਕ ਤਾਲਮੇਲ ਪੌਦਿਆਂ ਅਤੇ ਜੰਤੂਆਂ ਦੋਵਾਂ ਵਿੱਚ ਵੇਖਿਆ ਜਾ ਸਕਦਾ ਹੈ। ਹਾਰਮੋਨ ਜੀਵ ਦੇ ਇੱਕ ਭਾਗ ਵਿੱਚ ਉਤਪੰਨ ਹੁੰਦੇ ਹਨ ਅਤੇ ਦੂਜੇ ਭਾਗ ਵਿੱਚ ਇੱਛਤ ਪ੍ਰਭਾਵ ਪਾਉਣ ਲਈ ਗਤੀ ਕਰਦੇ ਹਨ। ਹਾਰਮੋਨ ਦੀ ਕਿਰਿਆ ਨੂੰ ਪੁਨਰਪੂਰਨ, ਜਿਸ ਨੂੰ ਫੀਡਬੈਕ ਕਹਿੰਦੇ ਹਨ, ਪੁਨਰਪੂਰਨ ਕਿਰਿਆ ਵਿਧੀ ਕਾਬੂ ਕਰਦੀ ਹੈ। ਸੋ ਬੱਚਿਓ, ਅੱਜ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ ਕੁਝ ਇੰਪੋਰਟੈਂਟ ਕੁਐਸਚਨਸ, ਮਹੱਤਵਪੂਰਨ ਪ੍ਰਸ਼ਨ, ਜਿਹੜੇ ਕਿ ਤੁਹਾਨੂੰ ਬੋਰਡ ਐਗਜ਼ਾਮ ਵਿੱਚ ਪੁੱਛੇ ਜਾ ਸਕਦੇ ਹਨ। ਚਲੋ ਆਓ ਤੁਹਾਡੇ ਨਾਲ ਇਹ ਕੁਐਸਚਨ ਸਾਂਝੇ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੀ ਇੰਟਰੋਡਕਸ਼ਨ ਤਾਂ ਦੇ ਦਿਆਂ। ਮੈਂ ਸੁਰਿੰਦਰ ਕੁਮਾਰ, ਸਾਇੰਸ ਮਾਸਟਰ, ਗਵਰਨਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੋ, ਡਿਸਟ੍ਰਿਕਟ ਪਠਾਨਕੋਟ। ਆਓ ਬੱਚੋ, ਹੁਣ ਅਸੀਂ ਜਿਹੜੇ ਇੰਪੋਰਟੈਂਟ ਕੁਐਸਚਨ ਨੇ ਉਹਨਾਂ ਬਾਰੇ ਪੜ੍ਹਦੇ ਹਾਂ। ਆਓ ਬੱਚੋ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਟਾਈਪ 1 ਦੇ ਕੁਐਸਚਨ, ਜਿਸ ਵਿੱਚ ਮਲਟੀਪਲ ਚੁਆਇਸ ਕੁਐਸਚਨ ਹਨ ਔਰ ਇਹ ਸਾਰੇ ਹੀ ਕੁਐਸਚਨ ਇੱਕ ਇੱਕ ਨੰਬਰ ਦੇ ਹਨ। ਪਹਿਲਾ ਕੁਐਸਚਨ ਹੈ, ਵਿਚ ਆਫ ਦਾ ਫੋਲੋਇੰਗ ਇਜ਼ ਏ ਪਲਾਂਟ ਹਾਰਮੋਨ। ਇਹਨਾਂ ਵਿੱਚੋਂ ਕਿਹੜਾ ਪੌਦਾ ਹਾਰਮੋਨ ਹੈ? ਪਹਿਲੀ ਆਪਸ਼ਨ ਹੈ ਇਨਸੂਲਿਨ, ਦੂਸਰੀ ਆਪਸ਼ਨ ਹੈ ਥਾਇਰੋਕਸਿਨ, ਤੀਸਰੀ ਆਪਸ਼ਨ ਹੈ ਈਸਟ੍ਰੋਜਨ ਔਰ ਲਾਸਟ ਆਪਸ਼ਨ ਹੈ ਸਾਈਟੋਕਾਈਨਿਨ। ਬੱਚੇ ਅੰਦਾਜ਼ਾ ਲਗਾਓ ਇਹਨਾਂ ਵਿੱਚੋਂ ਕਿਹੜਾ ਸਹੀ ਉੱਤਰ ਹੋਵੇਗਾ। ਸੋਚੋ। ਸਹੀ ਉੱਤਰ ਹੈ ਸਾਈਟੋਕਾਈਨਿਨ। ਇਸੇ ਤਰ੍ਹਾਂ ਸੈਕਿੰਡ ਕੁਐਸਚਨ ਹੈ, ਦ ਗੈਪ ਬਿਟਵੀਨ ਟੂ ਨਿਊਰੋਨਸ ਇਜ਼ ਕਾਲਡ। ਦੋ ਨਾੜੀ ਸੈੱਲਾਂ ਵਿਚਕਾਰਲੀ ਖਾਲੀ ਥਾਂ ਨੂੰ ਕਹਿੰਦੇ ਹਨ। ਪਹਿਲੀ ਆਪਸ਼ਨ ਹੈ ਡੈਂਡਰਾਈਟ, ਦੂਸਰੀ ਆਪਸ਼ਨ ਹੈ ਐਕਜ਼ੋਨ, ਤੀਸਰੀ ਆਪਸ਼ਨ ਹੈ ਸਾਈਨੈਪਸ ਔਰ ਚੌਥੀ ਆਪਸ਼ਨ ਹੈ ਸਾਈਟੋਕਾਈਨਿਨ। ਬੱਚੋ ਸੋਚੋ, ਇਸ ਦਾ ਕੀ ਆਨਸਰ ਹੋਏਗਾ। ਸਹੀ ਆਨਸਰ ਹੈ ਸਾਈਨੈਪਸ। ਇਸੇ ਤਰ੍ਹਾਂ ਤੀਸਰਾ ਕੁਐਸਚਨ ਹੈ, ਬ੍ਰੇਨ ਇਜ਼ ਰਿਸਪੋਂਸੀਬਲ ਫਾਰ। ਦਿਮਾਗ ਉੱਤਰਦਾਈ ਹੈ। ਪਹਿਲੀ ਆਪਸ਼ਨ ਹੈ ਥਿੰਕਿੰਗ, ਦੂਸਰਾ ਹੈ ਰੈਗੂਲੇਟਿੰਗ ਦਾ ਹਾਰਟ ਬੀਟ, ਤੀਸਰੀ ਹੈ ਬੈਲੈਂਸਿੰਗ ਦਾ ਬੋਡੀ ਔਰ ਚੌਥੀ ਆਪਸ਼ਨ ਹੈ ਆਲ ਆਫ ਦਾ ਅਬਵ। ਪੰਜਾਬੀ ਵਿੱਚ ਹੈ ਸੋਚਣ ਲਈ, ਦਿਲ ਦੀ ਧੜਕਣ ਨੂੰ ਇਕਸਾਰ ਰੱਖਣ ਲਈ, ਤੀਸਰੀ ਆਪਸ਼ਨ ਹੈ ਸਰੀਰ ਦਾ ਸੰਤੁਲਨ ਕਾਇਮ ਰੱਖਣ ਲਈ ਔਰ ਚੌਥੀ ਹੈ ਉਕਤ ਸਾਰੇ। ਅੰਦਾਜ਼ਾ ਲਗਾਓ ਕਿਹੜਾ ਸਹੀ ਉੱਤਰ ਹੋਵੇਗਾ। ਸਹੀ ਉੱਤਰ ਹੈ ਉਕਤ ਸਾਰੇ। ਕਹਿਣ ਦਾ ਮਤਲਬ ਇਸ ਦੇ ਵਿੱਚ ਇਹ ਤਿੰਨੋਂ ਹੀ ਗੱਲਾਂ ਬ੍ਰੇਨ ਹੀ ਇਹਨਾਂ ਲਈ ਉੱਤਰਦਾਈ ਹੈ। ਇਸੇ ਤਰ੍ਹਾਂ ਚੌਥਾ ਕੁਐਸਚਨ ਹੈ, ਦ ਲੌਂਗੈਸਟ ਸੈੱਲ ਇਨ ਹਿਊਮਨ ਬੋਡੀ ਇਜ਼। ਹਿਊਮਨ ਬੋਡੀ ਵਿੱਚ ਸਭ ਤੋਂ ਲੰਬਾ ਸੈੱਲ ਕਿਹੜਾ ਹੈ? ਪਹਿਲੀ ਆਪਸ਼ਨ ਹੈ ਲਿਵਰ ਸੈੱਲ, ਦੂਸਰੀ ਹੈ ਮਸਲ ਸੈੱਲ ਔਰ ਤੀਸਰੀ ਹੈ ਨਰਵ ਸੈੱਲ ਔਰ ਚੌਥੀ ਆਪਸ਼ਨ ਹੈ ਰੀਪਰੋਡਕਟਿਵ ਸੈੱਲ। ਬੱਚੋ ਇਹਨਾਂ ਵਿੱਚੋਂ ਸਹੀ ਆਪਸ਼ਨ ਕਿਹੜੀ ਹੋ ਸਕਦੀ ਹੈ? ਇਹਨਾਂ ਵਿੱਚੋਂ ਸਹੀ ਜਿਹੜੀ ਹੈ ਉਹ ਹੈ ਨਰਵ ਸੈੱਲ। ਪੰਜਵਾਂ ਕੁਐਸਚਨ ਹੈ, ਨੰਬਰ ਆਫ ਸਪਾਈਨਲ ਨਰਵਸ ਇਨ ਹਿਊਮਨ ਇਜ਼। ਨੰਬਰ ਆਫ ਸਪਾਈਨਲ ਨਰਵਸ ਇਨ ਹਿਊਮਨ ਇਜ਼ 31 pairs, 32 pairs, 33 pairs and 36 pairs। ਸਹੀ ਆਨਸਰ ਹੈ 31 pairs। ਇਸੇ ਤਰ੍ਹਾਂ ਛੇਵਾਂ ਕੁਐਸਚਨ ਹੈ, ਦ ਮੂਵਮੈਂਟ ਆਫ ਸ਼ੂਟ ਟੂਵਰਡਸ ਲਾਈਟ ਇਜ਼। ਕਿ
ਜਿਹੜੀ ਸ਼ੂਟ ਦੀ ਮੂਵਮੈਂਟ ਹੈ ਉਹ ਲਾਈਟ ਦੇ ਨਾਲ ਕਿਹੜੇ ਪਾਸੇ ਹੋਏਗੀ, ਉਸ ਨੂੰ ਕੀ ਕਹਿੰਦੇ ਹਨ? ਪਹਿਲੀ ਹੈ ਹਾਈਡਰੋਟ੍ਰੋਪਿਜ਼ਮ, ਦੂਸਰੀ ਕੈਮੋਟ੍ਰੋਪਿਜ਼ਮ, तीसरी है फोटोट्रोपिज्म और चौथी है जियोट्रोपिज्म। चारों विचों कोई आंसर दसना है तो सही आंसर है फोटोट्रोपिज्म। फोटो का मतलब है रोशनी, ट्रोपिज्म मतलब मूवमेंट। हुण असीं गल करते हाँ शॉर्ट एंड लॉन्ग आंसर टाइप क्वेश्चनस, जिहड़े कि तुहानूं 2 3 जां इस तो वध नंबरां विच आउणगे। पहला क्वेश्चन है विच पार्ट ऑफ द ब्रेन मेनटेन्स पोस्चर एंड इक्विलिब्रियम ऑफ द बॉडी। दिमाग का किहड़ा भाग शरीर की स्थिति और संतुलन नूं बनाई रखता है? तो इसका आंसर है सैरीबलम। ए पार्ट ऑफ हिंड ब्रेन इज रिस्पोंसिबल फॉर मेनटेनिंग पोस्चर एंड इक्विलिब्रियम ऑफ द बॉडी। पंजाबी विच कहांगे सैरीबैलम, जिहड़ा कि पिछड़ा दिमाग का हिस्सा है, शरीर की स्थिति और संतुलन नूं बनाई रखता है। दूसरा प्रश्न है वाई आर सम पेशेंट्स ऑफ डायबिटीज़ ट्रीटेड बाय गिविंग इंजैक्शंस ऑफ इंसुलिन। आंसर है डायबिटीज़ इज़ ए डिजीज़ in which the level of sugar in the blood is too high. Insulin, a hormone secreted by the pancreas, helps in regulating the blood sugar levels. This is the reason why diabetic patients are treated by giving injections of insulin. शक्कर रोग ਦੇ ਕੁਝ ਰੋਗੀਆਂ ਦਾ ਇਲਾਜ ਇਨਸੂਲਿਨ ਦਾ ਇੰਜੈਕਸ਼ਨ ਲਗਾ ਕੇ ਕਿਉਂ ਕੀਤਾ ਜਾਂਦਾ ਹੈ? ਪੰਜਾਬੀ ਵਿੱਚ ਇਸ ਦਾ ਉੱਤਰ ਬਣੇਗਾ ਇਨਸੂਲਿਨ ਉਹ ਹਾਰਮੋਨ ਹੈ ਜੋ ਪੈਨਕ੍ਰੀਆਸ ਵਿੱਚ ਪੈਦਾ ਹੁੰਦਾ ਹੈ। ਇਹ ਲਹੂ ਵਿੱਚ ਸ਼ੱਕਰ ਦੇ ਪੱਧਰ ਨੂੰ ਨਿਯੰਤਰਿਤ ਕਰਨ ਵਿੱਚ ਸਹਾਇਤਾ ਦਿੰਦਾ ਹੈ। ਜੋ ਇਹ ਠੀਕ ਮਾਤਰਾ ਵਿੱਚ ਪੈਦਾ ਨਾ ਹੋਵੇ ਤਾਂ ਲਹੂ ਵਿੱਚ ਸ਼ੱਕਰ ਦਾ ਪੱਧਰ ਵੱਧ ਜਾਂਦਾ ਹੈ, ਜਿਸ ਕਾਰਨ ਸਰੀਰ 'ਤੇ ਕਈ ਹਾਨੀਕਾਰਕ ਪ੍ਰਭਾਵ ਪੈਂਦੇ ਹਨ। ਇਸ ਲਈ ਸ਼ੱਕਰ ਰੋਗ ਦੇ ਕੁਝ ਰੋਗੀਆਂ ਦਾ ਇਲਾਜ ਇਨਸੂਲਿਨ ਦਾ ਇੰਜੈਕਸ਼ਨ ਲਗਾ ਕੇ ਕੀਤਾ ਜਾਂਦਾ ਹੈ। ਇਸ ਨਾਲ ਉਹਨਾਂ ਦੇ ਲਹੂ ਵਿੱਚ ਸ਼ੱਕਰ ਦਾ ਪੱਧਰ ਕਾਬੂ ਵਿੱਚ ਰਹਿੰਦਾ ਹੈ। ਥਰਡ ਕੁਐਸਚਨ ਇਜ਼ ਵਾਟ ਇਜ਼ ਦਾ ਰੋਲ ਆਫ ਦਾ ਬ੍ਰੇਨ ਇਨ ਰਿਫਲੈਕਸ ਐਕਸ਼ਨ। ਪ੍ਰਤੀਵਰਤੀ ਕਿਰਿਆ ਵਿੱਚ ਦਿਮਾਗ ਦੀ ਕੀ ਭੂਮਿਕਾ ਹੈ? ਪਹਿਲੇ ਇੰਗਲਿਸ਼ ਵਿੱਚ ਆਨਸਰ ਦੇ ਰਿਹਾ ਹਾਂ। ਰਿਫਲੈਕਸ ਐਕਸ਼ਨਸ ਆਰ sudden responses which don't involve any thinking. For example, when we touch a hot object, we withdraw our hand immediately without thinking, as thinking may take time, which would be enough to get us burned. The sensory nerves that detect the heat are connected to the nerve that move the muscles of the hand. Such a connection of detecting the signal from the nerves and responding to it quickly is called a reflex arc. The reflex arcs connections present between the input and output nerves meet in a bundle in the spinal cord. Reflex arcs are formed in the spinal cord and the information reaches the brain. The brain is only aware of the signal and the response that has taken place. However, the brain has no role to play in the creation of the responses. ਪੰਜਾਬੀ ਵਿੱਚ ਕਹਾਂਗੇ ਪ੍ਰਤੀਵਰਤੀ ਕਿਰਿਆਵਾਂ ਦਿਮਾਗ ਦੁਆਰਾ ਪਰਿਚਾਲਿਤ ਨਹੀਂ ਹੁੰਦੀਆਂ। ਇਹ ਸੁਖਮਨਾਂ ਦੁਆਰਾ ਨਿਯੰਤਰਿਤ ਪੇਸ਼ੀਆਂ ਦੀ ਅਨਿਸ਼ਚਿਤ ਕਿਰਿਆਵਾਂ ਹੁੰਦੀਆਂ ਹਨ ਜੋ ਪ੍ਰੇਰਿਤ ਦੀ ਪ੍ਰਤੀਕਿਰਿਆ ਵਿੱਚ ਹੁੰਦੀ ਹੈ। ਇਹ ਕਿਰਿਆਵਾਂ ਚਾਹੇ ਦਿਮਾਗ ਦੀ ਇੱਛਾ ਤੋਂ ਬਿਨਾਂ ਹੁੰਦੀਆਂ ਹਨ, ਪਰ ਦਿਮਾਗ ਤੱਕ ਇਸ ਦੀ ਸੂਚਨਾ ਪਹੁੰਚਦੀ ਹੈ ਜਿੱਥੇ ਸੋਚਣ ਵਿਚਾਰਨ ਦੀ ਪ੍ਰਕਿਰਿਆ ਹੁੰਦੀ ਹੈ। ਵਾਟ ਆਰ ਪਲਾਂਟ ਹਾਰਮੋਨਸ? ਇਹ ਚੌਥਾ ਕੁਐਸਚਨ ਹੈ। ਪੌਦਾ ਹਾਰਮੋਨ ਕੀ ਹੈ? ਇੰਗਲਿਸ਼ ਵਿੱਚ ਇਸ ਦਾ ਆਨਸਰ ਪਲਾਂਟ ਹਾਰਮੋਨਸ ਔਰ ਫਾਈਟੋ ਹਾਰਮੋਨਸ ਆਰ ਨੈਚੁਰਲੀ occurring organic substances. These are synthesized in one part of the plant body in minute quantities and are translocated to other parts when required. The 5 major types of
Phytohormones are auxins, gibberellins, cytokinins, abscisic acids, and ethylene. Gibberellins help in the growth of the stem. Auxins help in the growth of the stem. Cytokinin promote cell division. Abscisic acid is one example of a hormone which inhibits growth. ਪੰਜਾਬੀ ਵਿੱਚ ਇਸ ਦਾ ਉੱਤਰ ਦਿਆਂਗੇ ਪੌਦਾ ਹਾਰਮੋਨ ਕੀ ਹੈ। ਇਸ ਦਾ ਉੱਤਰ ਹੈ ਇਹ ਵੱਖ-ਵੱਖ ਪ੍ਰਕਾਰ ਦੇ ਰਸਾਇਣਿਕ ਪਦਾਰਥ ਹਨ ਜੋ ਪੌਦਿਆਂ ਦੇ ਵਾਧੇ ਅਤੇ ਵਿਭੇਦਨ ਸੰਬੰਧੀ ਕਿਰਿਆਵਾਂ 'ਤੇ ਨਿਯੰਤਰਣ ਕਰਦੇ ਹਨ। ਉਹਨਾਂ ਨੂੰ ਪੌਦਾ ਹਾਰਮੋਨ ਕਹਿੰਦੇ ਹਨ। ਇਹ ਕਈ ਪ੍ਰਕਾਰ ਦੇ ਹੁੰਦੇ ਹਨ। ਆਕਸਿਨ, ਜਿਬਰੇਲਿਨ, ਸਾਈਟੋਕਾਈਨਿਨ, ਐਬਸਿਸਿਕ ਐਸਿਡ ਆਦਿ ਪੌਦਾ ਹਾਰਮੋਨ ਹਨ। ਆਕਸਿਨ ਹਾਰਮੋਨ ਵਿੱਚ ਵਾਧਾ ਕਰਦੇ ਹਨ। ਜਿਬਰੇਲਿਨ ਇਹ ਪੌਦੇ ਦੇ ਵਾਧੇ ਵਿੱਚ ਮਦਦ ਕਰਦੇ ਹਨ। ਸਾਈਟੋਕਾਈਨਿਨ ਇਹ ਸੈੱਲਾਂ ਦੀ ਲੰਬਾਈ ਵਿੱਚ ਵਾਧਾ ਕਰਦੇ ਹਨ। ਐਬਸਿਸਿਕ ਐਸਿਡ ਪੌਦਿਆਂ ਦੇ ਵਾਧੇ ਦੀ ਗਤੀ ਨੂੰ ਘੱਟ ਕਰਦੇ ਹਨ। ਪੰਜਵਾਂ ਕੁਐਸਚਨ ਹੈ ਹਾਊ ਡਜ਼ ਕੈਮੀਕਲ ਕੋਆਰਡੀਨੇਸ਼ਨ ਅਕਰ ਇਨ ਪਲਾਂਟਸ। ਪੌਦਿਆਂ ਵਿੱਚ ਰਸਾਇਣਿਕ ਤਾਲਮੇਲ ਕਿਸ ਤਰ੍ਹਾਂ ਹੁੰਦਾ ਹੈ। ਪਹਿਲੇ ਇੰਗਲਿਸ਼ ਵਿੱਚ ਇਸ ਦਾ ਆਨਸਰ ਦੇ ਰਿਹਾ ਹਾਂ। ਪਲਾਂਟਸ ਰਿਸਪੌਂਡ ਟੂ ਸਟਿਮੂਲੀ ਬਾਈ ਸ਼ੋਇੰਗ ਮੂਵਮੈਂਟਸ the growth, development and responses to the environment in plants is controlled and coordinated by a special class of chemical substances known as hormones. These hormones are produced in one part of the plant body and are translocated to the needy parts. For example, a hormone produced in roots is translocated to the other parts when required. The five major types of phytohormones are auxins, gibberellins, cytokinins, abscisic acids, and ethylene. These phytohormones are either growth promoters such as auxins, gibberellins, cytokinins, and ethylene, or growth inhibitors such as abscisic acid. ਪੰਜਾਬੀ ਵਿੱਚ ਇਸ ਦਾ ਉੱਤਰ ਦਿਆਂਗੇ ਪੌਦਿਆਂ ਵਿੱਚ ਰਸਾਇਣਿਕ ਤਾਲਮੇਲ ਪੌਦਿਆਂ ਦੇ ਹਾਰਮੋਨਾਂ ਦੇ ਕਾਰਨ ਹੁੰਦਾ ਹੈ। ਪੌਦੇ ਖਾਸ ਹਾਰਮੋਨਾਂ ਨੂੰ ਪੈਦਾ ਕਰਦੇ ਹਨ ਜੋ ਉਸ ਦੇ ਖਾਸ ਭਾਗਾਂ ਨੂੰ ਪ੍ਰਭਾਵਿਤ ਕਰਦੇ ਹਨ। ਪੌਦਿਆਂ ਵਿੱਚ ਤਣੇ ਦਾ ਸਿਰਾ ਪ੍ਰਕਾਸ਼ ਦੇ ਆਉਣ ਵਾਲੀ ਦਿਸ਼ਾ ਵੱਲ ਵੱਧਦਾ ਹੈ। ਗੁਰੂਤਵਾਨੁਵਰਤਨ ਜੜ੍ਹਾਂ ਨੂੰ ਹੇਠਾਂ ਵੱਲ ਮੋੜ ਕੇ ਅਨੁਕ੍ਰਿਆ ਕਰਦੀਆਂ ਹਨ। ਇਸ ਤਰ੍ਹਾਂ ਜਲ ਅਨੁਵਰਤਨ ਅਤੇ ਰਸਾਇਣ ਅਨੁਵਰਤਨ ਹੁੰਦਾ ਹੈ। ਪਰਾਗ ਨਾਲਿਕਾ ਦਾ ਬੀਜ ਅੰਡ ਵੱਲ ਵਾਧਾ ਕਰਨਾ ਰਸਾਇਣ ਅਨੁਵਰਤਨ ਹੈ ਦਾ ਉਦਾਹਰਨ ਹੈ। ਵੱਖ-ਵੱਖ ਪੌਦੇ ਹਾਰਮੋਨ ਸੈੱਲਾਂ ਦੁਆਰਾ ਸੰਸ਼ਲੇਸ਼ਣ ਤੋਂ ਬਾਅਦ ਪੌਦਿਆਂ ਦੇ ਹੋਰ ਭਾਗਾਂ ਵਿੱਚ ਵਿਸਰਿਤ ਹੋ ਕੇ ਉਸ ਨੂੰ ਪ੍ਰਭਾਵਿਤ ਕਰਦੇ ਹਨ। ਸਾਈਟੋਕਾਈਨਿਨ ਹਾਰਮੋਨ ਪੌਦਿਆਂ ਦੀ ਜੀਰਣਤਾ ਨੂੰ ਰੋਕਦੇ ਹਨ। ਆਕਸਿਨ ਹਾਰਮੋਨ ਵਾਧਾ ਅਨੁਵਰਤਨ ਗਤੀਆਂ ਜੜ ਵਿਭੇਦਨ ਆਦਿ ਨੂੰ ਨਿਯੰਤਰਿਤ ਕਰਦੇ ਹਨ। ਐਬਸਿਸਿਕ ਤੇਜ਼ਾਬ ਵਾਧਾ ਰੋਕਣ ਵਾਲਾ ਹਾਰਮੋਨ ਹੈ। ਪੱਤਿਆਂ ਦਾ ਮੁਰਝਾਉਣਾ ਵੀ ਇਸ ਦੇ ਪ੍ਰਭਾਵ ਦੇ ਕਾਰਨ ਹੀ ਹੈ। 6th ਕੁਐਸਚਨ ਹੈ ਵਿਚ ਸਿਗਨਲਸ ਵਿਲ ਗੈਟ ਡਿਸਰਪਟਡ ਇਨ ਕੇਸ ਆਫ ਏ ਸਪਾਈਨਲ ਕੋਰਡ ਇੰਜਰੀ। ਸੁਖਮਨਾ ਨਾੜੀ 'ਤੇ ਸੱਟ ਲੱਗਣ ਨਾਲ ਕਿਹੜੇ ਸੰਕੇਤਾਂ ਵਿੱਚ ਰੁਕਾਵਟ ਆਵੇਗੀ। The reflex arc connections between the input and output nerves meet in a bundle in the spinal cord. In fact, nerves from all over the body meet in a bundle in the spinal cord on their way to the brain. In case of any injury to the spinal cord, the signals coming from the nerves as well as the signals coming to the receptors will be disrupted. ਪੰਜਾਬੀ ਵਿੱਚ ਕਹਾਂਗੇ ਸੁਖਮਨਾ ਨਾੜੀ ਜਾਂ ਮੇਰੂ ਰੱਜੂ ਨੂੰ ਸੱਟ ਲੱਗਣ ਨਾਲ ਪ੍ਰਤੀਵਰਤੀ ਕਿਰਿਆਵਾਂ ਅਤੇ ਅਨਿਸ਼ਚਿਤ ਕਿਰਿਆਵਾਂ ਲਈ ਆਉਣ ਵਾਲੇ ਸੰਕੇਤਾਂ ਵਿੱਚ ਰੁਕਾਵਟ ਹੋਵੇਗੀ। ਵਾਤਾਵਰਣ ਦੀ ਕੋਈ ਵੀ ਸੂਚਨਾ ਆਉਣ ਜਾਣ ਵਾਲੀਆਂ ਦੇ ਬੰਡਲ ਵਿੱਚ ਹੁੰਦੀ ਹੋਈ ਦਿਮਾਗ ਵਿੱਚ ਪਹੁੰਚ ਜਾਵੇਗੀ। ਇਹ ਤੁਰੰਤ ਪ੍ਰਭਾਵਿਤ ਅੰਗਾਂ ਵਿੱਚ ਨਾ ਪੁੱਜ ਕੇ ਦਿਮਾਗ ਦੁਆਰਾ ਉਸ ਅੰਗ ਤੱਕ ਪੁੱਜ ਜਾਵੇਗੀ। ਅਜਿਹਾ ਹੋਣ ਨਾਲ ਵਧੇਰੇ ਦੇਰ ਲੱਗੇਗੀ ਅਤੇ ਉਦੋਂ ਤੱਕ ਅੰਗ 'ਤੇ ਬੁਰਾ ਅਸਰ ਹੋ ਚੁੱਕਾ ਹੋਵੇਗਾ। 7th ਕੁਐਸਚਨ ਹੈ
What is the need for a system of control and coordination in an organism? ਇੱਕ ਜੀਵ ਵਿੱਚ ਕੰਟਰੋਲ ਅਤੇ ਤਾਲਮੇਲ ਦੇ ਸਿਸਟਮ ਦੀ ਕਿਉਂ ਲੋੜ ਹੈ? ਪਹਿਲੇ ਇੰਗਲਿਸ਼ ਵਿੱਚ ਆਨਸਰ, the maintenance of the body functions in response to changes in the body by working together of various integrated body system is known as coordination. All the movements that occur in response to stimuli are carefully coordinated and controlled. In animals, the control and coordination movements are provided by nervous and muscular systems. The nervous system sends messages to and away from the brain. The spinal cord plays an important role in the relay of messages. In the absence of this system of control and coordination, our body will not be able to function properly. For example, when we accidentally touch a hot utensil, we immediately withdraw our hand. In the absence of nerve transmission, we will not withdraw our hand and may get burnt. ਪੰਜਾਬੀ ਵਿੱਚ ਬਹੁਕੋਸ਼ੀ ਜੀਵਾਂ ਦੀ ਰਚਨਾ ਬਹੁਤ ਗੁੰਝਲਦਾਰ ਹੁੰਦੀ ਹੈ। ਉਹਨਾਂ ਦੇ ਸਰੀਰ ਦੇ ਬਾਹਰੀ ਅਤੇ ਅੰਦਰਲੇ ਅੰਗਾਂ ਦੀ ਖਾਸ ਕਾਰਜ ਪ੍ਰਣਾਲੀ ਅਤੇ ਗਤੀਵਿਧੀਆਂ ਵਿੱਚ ਤਾਲਮੇਲ ਦੀ ਬਹੁਤ ਹੀ ਲੋੜ ਹੁੰਦੀ ਹੈ। ਅੰਗਾਂ ਵਿੱਚ ਨਿਯੰਤਰਣ ਜਾਂ ਕੰਟਰੋਲ ਅਤੇ ਤਾਲਮੇਲ ਦੁਆਰਾ ਹੀ ਉਹਨਾਂ ਦੀਆਂ ਲੋੜਾਂ ਦੀ ਪੂਰਤੀ ਸੰਭਵ ਹੋ ਸਕਦੀ ਹੈ। ਜੀਵਾਂ ਦੀ ਗੁੰਝਲਦਾਰ ਪ੍ਰਕਿਰਤੀ ਕਾਰਨ ਹੀ ਉਹ ਉਹਨਾਂ ਨਾੜੀਆਂ ਦੀ ਵਰਤੋਂ ਕਰਦੇ ਹਨ ਜੋ ਨਿਯੰਤਰਣ ਅਤੇ ਤਾਲਮੇਲ ਦਾ ਕਾਰਜ ਕਰਦੇ ਹਨ। ਖਾਸ ਕੰਮਾਂ ਲਈ ਟਿਸ਼ੂਆਂ ਦੀ ਵਰਤੋਂ ਨਿਯੰਤਰਣ ਅਤੇ ਤਾਲਮੇਲ ਵਿੱਚ ਸਹਾਇਕ ਸਿੱਧ ਹੁੰਦੀ ਹੈ। 8th question, how are involuntary actions and reflex actions different from each other? ਅਨਿਸ਼ਚਿਤ ਕਿਰਿਆਵਾਂ ਅਤੇ ਪ੍ਰਤੀਵਰਤੀ ਕਿਰਿਆਵਾਂ ਇੱਕ ਦੂਜੇ ਤੋਂ ਕਿਸ ਪ੍ਰਕਾਰ ਭਿੰਨ ਹਨ? Involuntary actions can't be consciously controlled. For example, we can't consciously control the movement of food in the alimentary canal or pumping of blood through heart. These actions are, however, directly under the control of the brain. On the other hand, the reflex actions such as closing of eyes immediately when bright light is focused show sudden response and don't involve any thinking. This means that, unlike involuntary actions, the reflex actions are not under the control of brain. ਪੰਜਾਬੀ ਵਿੱਚ ਇਸ ਦਾ ਉੱਤਰ ਹੈ ਪ੍ਰਤੀਵਰਤੀ ਕਿਰਿਆਵਾਂ ਉਹ ਕਿਰਿਆਵਾਂ ਹਨ ਜੋ ਬਾਹਰੀ ਸੰਵੇਦਨਾ ਦੇ ਉੱਤਰ ਵਿੱਚ ਤੁਰੰਤ ਅਤੇ ਆਪਣੇ ਆਪ ਹੋ ਜਾਂਦੀਆਂ ਹਨ। ਇਸ 'ਤੇ ਦਿਮਾਗ ਦਾ ਕੋਈ ਨਿਯੰਤਰਣ ਨਹੀਂ ਹੁੰਦਾ। ਇਹ ਮੇਰੂਰੱਜੂ ਜਾਂ ਸੂਖਮਨਾਂ ਦੁਆਰਾ ਨਿਯੰਤਰਿਤ ਜਾਂ ਕੰਟਰੋਲ ਹੋ ਜਾਂਦੀ ਹੈ। ਪ੍ਰਤੀਵਰਤੀ ਕਿਰਿਆਵਾਂ ਆਪਣੇ ਆਪ ਪ੍ਰੇਰਕ ਦੇ ਪ੍ਰਤੀ ਉੱਤਰ ਵਿੱਚ ਹੁੰਦੀਆਂ ਹਨ। ਉਦਾਹਰਨ ਲਹੂ ਦਬਾਅ, ਦਿਲ ਦੀ ਧੜਕਣ ਦੀ ਦਰ, ਸਾਹ ਦਰ ਆਦਿ। ਅਨਿਸ਼ਚਿਤ ਕਿਰਿਆਵਾਂ ਵੀ ਪ੍ਰਾਣੀਆਂ ਦੀ ਇੱਛਾ ਦੁਆਰਾ ਚਲਿਤ ਨਹੀਂ ਹੁੰਦੀਆਂ, ਪਰ ਇਹਨਾਂ ਦਾ ਚਾਲਨ ਮੱਧ ਦਿਮਾਗ ਅਤੇ ਪਿਛਲੇ ਦਿਮਾਗ ਦੁਆਰਾ ਕੀਤਾ ਜਾਂਦਾ ਹੈ। ਉਦਾਹਰਨ ਹੈ ਇਸ ਦੀ ਗਰਮ ਧਾਤੂ ਦੇ ਹੱਥ ਲਗਾਉਣ 'ਤੇ ਹੱਥ ਪਰੇ ਹਟਣਾ, ਪਲਕ ਝਪਕਣਾ ਅਤੇ ਖਾਂਸੀ ਕਰਨਾ ਆਦਿ। ਬੱਚਿਓ 9ਵਾਂ ਕੁਐਸਚਨ ਹੈ, ਵਟ ਇਜ਼ ਦਾ ਡਿਫਰੈਂਸ ਬਿਟਵੀਨ ਏ ਰਿਫਲੈਕਸ ਐਕਸ਼ਨ ਐਂਡ ਵਾਕਿੰਗ? ਮਤਲਬ ਪ੍ਰਤੀਵਰਤੀ ਕਿਰਿਆ ਅਤੇ ਚਲਨ ਵਿੱਚ ਕੀ ਅੰਤਰ ਹੈ? ਏ ਰਿਫਲੈਕਸ ਐਕਸ਼ਨ ਇਜ਼ ਏ ਰੈਪਿਡ automatic response to a stimulus. It does not involve any thinking. For example, we close our eyes immediately when the bright light is focused. And walking, on the other hand, is a voluntary action. It is under our conscious control. ਪ੍ਰਤੀਵਰਤੀ ਕਿਰਿਆ ਦਿਮਾਗ ਦੀ ਇੱਛਾ ਦੇ ਬਿਨਾਂ ਹੋਣ ਵਾਲੀ ਅਨਿਸ਼ਚਿਤ ਕਿਰਿਆ ਹੈ। ਇਹ ਸਵਾਇਤ ਪ੍ਰੇਰਕ ਦੇ ਪ੍ਰਤੀ ਉੱਤਰ ਹੈ। ਇਹ ਬਹੁਤ ਸਪਸ਼ਟ ਅਤੇ ਯਾਂਤਰਿਕ ਪ੍ਰਕਾਰ ਦੀ ਹੈ। ਇਹ ਸੁਖਮਨਾਂ ਦੁਆਰਾ ਨਿਯੰਤਰਿਤ ਪੇਸ਼ੀਆਂ ਦੁਆਰਾ ਕਰਾਈ ਜਾਂਦੀ ਹੈ। ਚਲਨ ਇੱਕ ਇੱਛਤ ਕਿਰਿਆ ਹੈ ਜੋ ਮਨੁੱਖ ਸੋਚ ਵਿਚਾਰ ਕਰਕੇ ਹੀ ਕਰਦਾ ਹੈ ਅਤੇ ਇਸ ਦਾ ਨਿਯੰਤਰਣ ਦਿਮਾਗ ਦੁਆਰਾ ਹੁੰਦਾ ਹੈ। ਪ੍ਰਤੀਵਰਤੀ ਕਿਰਿਆ ਵਿੱਚ ਸਰੀਰ ਦਾ ਸਿਰਫ ਇੱਕ ਭਾਗ
ਪ੍ਰਤੀਕਿਰਿਆ ਕਰਦਾ ਹੈ, ਜਦੋਂ ਕਿ ਚਲਨ ਵਿੱਚ ਪੂਰਾ ਸਰੀਰ ਇੱਕ ਸਥਾਨ ਤੋਂ ਦੂਜੇ ਸਥਾਨ 'ਤੇ ਜਾਂਦਾ ਹੈ। 10ਵਾਂ ਕੁਐਸਚਨ ਹੈ, what is the function of receptors in our body? Think of situations where receptors don't work properly. What problems are likely to arise? Answer is receptors. ਪੰਜਾਬੀ ਵਿੱਚ ਇਸ ਨੂੰ ਗ੍ਰਾਹੀ ਬੋਲਦੇ ਹਨ। Receptors are sensory structures. Means they can be organ, tissue or cells present all over the body. The receptors are either grouped in case of eye or ear or scattered in case of skin. Function of receptors. They sense the external stimuli such as heat or pain. They also trigger an impulse in the sensory neuron which sends message to the spinal cord. When the receptors are damaged, the external stimuli transferring signals to the brain are not felt. For example, in the case of damaged receptors, if we accidentally touch any hot object, then our hands might get burnt as damaged. Receptors can't perceive the external stimuli of heat and pain. ਪੰਜਾਬੀ ਵਿੱਚ ਆਏਗਾ, ਸਾਡੇ ਸਰੀਰ ਵਿੱਚ ਗ੍ਰਾਹੀ ਦਾ ਕੀ ਕੰਮ ਹੈ? ਅਜਿਹੀ ਸਥਿਤੀ 'ਤੇ ਵਿਚਾਰ ਕਰੋ ਜਿੱਥੇ ਗ੍ਰਾਹੀ ਉਚਿਤ ਪ੍ਰਕਾਰ ਨਾਲ ਕਾਰਜ ਨਹੀਂ ਕਰਦੀ। ਇਸ ਨਾਲ ਕੀ ਸਮੱਸਿਆ ਉਤਪੰਨ ਹੋ ਸਕਦੀਆਂ ਹਨ? ਉੱਤਰ ਹੈ, ਵਾਤਾਵਰਣ ਵਿੱਚ ਹਰ ਪਰਿਵਰਤਨ ਦੀ ਅਨੁਕਿਰਿਆ ਤੋਂ ਇੱਕ ਗਤੀ ਪੈਦਾ ਹੁੰਦੀ ਹੈ ਜੋ ਸਾਡੇ ਆਸ-ਪਾਸ ਹੋਣ ਦੀ ਸਥਿਤੀ ਵਿੱਚ ਸਾਨੂੰ ਪ੍ਰਭਾਵਿਤ ਕਰਦੀ ਹੈ। ਸਾਡੇ ਸਰੀਰ ਦੇ ਗ੍ਰਾਹੀ ਉਹਨਾਂ ਸੂਚਨਾਵਾਂ ਨੂੰ ਇਕੱਠੇ ਕਰਦੇ ਹਨ ਅਤੇ ਉਹਨਾਂ ਨੂੰ ਕੇਂਦਰੀ ਨਾੜੀ ਪ੍ਰਣਾਲੀ ਤੱਕ ਭੇਜ ਦਿੰਦੇ ਹਨ। ਨਾੜੀ ਪ੍ਰਣਾਲੀ ਵਿੱਚ ਦਿਮਾਗ ਅਤੇ ਸੁਸ਼ਮਨਾ ਠੀਕ ਸੁਨੇਹਾ ਸਰੀਰ ਦੇ ਵੱਖ-ਵੱਖ ਅੰਗਾਂ ਅਤੇ ਗ੍ਰੰਥੀਆਂ ਨੂੰ ਪ੍ਰਦਾਨ ਕਰ ਦਿੰਦੇ ਹਨ। ਜੇ ਗ੍ਰਾਹੀ ਠੀਕ ਢੰਗ ਨਾਲ ਕੰਮ ਨਾ ਕਰਨ ਤਾਂ ਅਸੀਂ ਵਾਤਾਵਰਣ ਵਿੱਚ ਹੋਣ ਵਾਲੇ ਪਰਿਵਰਤਨਾਂ ਨੂੰ ਨਾ ਤਾਂ ਸਮਝ ਸਕਾਂਗੇ ਅਤੇ ਨਾ ਹੀ ਸਮਝਾ ਸਕਾਂਗੇ ਅਤੇ ਨਾ ਹੀ ਉਹਨਾਂ ਦੇ ਪ੍ਰਤੀ ਠੀਕ ਢੰਗ ਨਾਲ ਕੋਈ ਪ੍ਰਤੀਕਿਰਿਆ ਕਰ ਸਕਾਂਗੇ। ਬੱਚੋ 11th ਕੁਐਸਚਨ ਹੈ, ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ, ਹਰ ਵਾਰ ਐਗਜ਼ਾਮ 'ਚ ਆਉਂਦਾ ਹੈ। ਇਹ ਕੁਐਸਚਨ ਹੈ, ਡਰਾ ਦਾ ਸਟਰਕਚਰ ਆਫ ਨਿਊਰੋਨ ਐਂਡ ਐਕਸਪਲੇਨ ਇਟਸ ਫੰਕਸ਼ਨ। ਸਭ ਤੋਂ ਪਹਿਲਾਂ ਤਾਂ ਨਿਊਰੋਨ ਦਾ ਡਾਇਗਰਾਮ ਬਣਾਉਣਾ ਹੈ ਬੇਟਾ, ਜਿਹੜਾ ਕਿ ਤੁਹਾਨੂੰ ਇਸ ਸਲਾਈਡ ਵਿੱਚ ਵੀ ਦਿਖਾਈ ਦੇ ਰਿਹਾ ਹੈ। ਇਸ ਨੂੰ ਲੈਬਲ ਕਰਨਾ ਹੈ। ਫੰਕਸ਼ਨ ਇਸ ਦੇ ਇਸ ਪ੍ਰਕਾਰ ਹਨ। The information acquired at the end of the dendritic tip of a neuron sets off a chemical reaction which creates an electrical impulse. This impulse travels from the dendrite to the cell body and then along the on to its end. At the end of on, the electrical impulses sets off the release of some chemicals which cross the synapse and start a similar impulse in a dendrite of the next neuron. In this way, nerve impulses travel in the body. Thus, nerve tissue is made up of an organized network of neurons, which are specialized for conducting information via electrical impulse from one part of the body to another. ਪੰਜਾਬੀ ਵਿੱਚ ਇੱਕ ਨਿਊਰੋਨ ਦੀ ਰਚਨਾ ਦਰਸਾਓ ਅਤੇ ਉਸਦੇ ਕਾਰਜ ਦਾ ਵਰਣਨ ਕਰੋ। ਨਿਊਰੋਨ ਦੀ ਰਚਨਾ ਤੁਹਾਨੂੰ ਦਿਖਾਈ ਗਈ ਹੈ। ਇਸ ਦੇ ਤੁਸੀਂ ਜਦੋਂ ਲੈਬਲ ਕਰੋਗੇ ਤਾਂ ਸੈੱਲ ਬੋਡੀ, ਐਗਜ਼ੋਨ, ਟਰਮੀਨਲ ਅਤੇ ਡੈਂਡਰਾਈਟਸ, ਇਹਨਾਂ ਨੂੰ ਤੁਸੀਂ ਧਿਆਨ 'ਚ ਰੱਖਣਾ ਹੈ। ਔਰ ਐਗਜ਼ੋਨ ਜਿਹੜੇ ਇੱਕ ਦੂਸਰੇ ਨਾਲ ਜੁੜਦੇ ਹਨ, ਉਹ ਦੇਖੋ ਕਿਵੇਂ ਜੁੜਦੇ ਹਨ। ਇਹ ਤੁਸੀਂ ਧਿਆਨ ਨਾਲ ਚਿੱਤਰ ਨੂੰ ਦੇਖ ਲੈਣਾ ਹੈ ਔਰ ਬਾਰ-ਬਾਰ ਪ੍ਰੈਕਟਿਸ ਕਰਕੇ ਇਸ ਨੂੰ ਡਰਾ ਵੀ ਕਰਨਾ ਆਉਣਾ ਚਾਹੀਦਾ ਤੁਹਾਨੂੰ। ਹੁਣ ਮੈਂ ਇਸ ਦੀ ਵਰਕਿੰਗ ਪੜ੍ਹਦਾ ਹਾਂ, ਇਸ ਦਾ ਫੰਕਸ਼ਨ ਪੜ੍ਹਦਾ ਹਾਂ। ਸੰਦੇਸ਼ਾਂ ਦਾ ਸੰਵਹਿਨ ਕਰਨ ਵਾਲੀ ਮੂਲ ਇਕਾਈ ਹੈ। ਇਹ ਵਿਸ਼ੇਸ਼ ਰੂਪ ਵਿੱਚ ਲੰਬੀ ਹੁੰਦੀ ਹੈ। ਇਸ ਵਿੱਚ ਜੀਵ ਪੁੰਜ ਜਾਂ ਸੈੱਲ ਬੋਡੀ ਤੋਂ ਘਿਰਿਆ ਹੋਇਆ ਕੇਂਦਰਕ ਹੈ। ਸੈੱਲ ਬੋਡੀ ਤੋਂ ਡੈਂਡਰਾਈਟਸ ਨਾਮਕ ਕਈ ਛੋਟੀਆਂ ਸ਼ਾਖਾਵਾਂ ਨਿਕਲਦੀਆਂ ਹਨ। ਇਹਨਾਂ ਸ਼ਾਖਾਵਾਂ ਵਿੱਚੋਂ ਇੱਕ ਸ਼ਾਖਾ ਵੱਧ ਲੰਬੀ ਹੁੰਦੀ ਹੈ। ਇਸ ਨੂੰ ਐਗਜ਼ਨ ਕਹਿੰਦੇ ਹਨ। ਇਹ ਸੰਦੇਸ਼ਾਂ ਨੂੰ ਸੈੱਲ ਤੋਂ ਦੂਰ ਲੈ ਜਾਂਦਾ ਹੈ। ਕੋਈ ਵੀ ਨਿਊਰੋਨ ਸਿੱਧੇ ਹੀ ਦੂਸਰੀ ਨਿਊਰੋਨ ਨਾਲ ਜੁੜੀ ਨਹੀਂ ਹੁੰਦੀ। ਇਹਨਾਂ ਦੇ ਆਮ ਤਰ ਖਾਲੀ ਥਾਂ ਹੁੰਦੀ ਹੈ ਜਿਸ ਵਿੱਚ ਨੇੜੇ ਦਾ ਸੰਵਹਿਨ ਹੁੰਦਾ ਹੈ। ਇਸ ਨੂੰ ਸਿਨੈਪਸ ਕਹਿੰਦੇ ਹਨ। ਜੋ ਸਾਡੇ ਪੈਰਾਂ ਵਿੱਚ ਦਰਦ ਹੈ,
ਤਾਂ ਇਸ ਦੀ ਸੂਚਨਾ ਪੈਰ ਵਿੱਚ ਮੌਜੂਦ ਸੰਵੇਦੀ ਨਿਊਰੋਨ ਦੇ ਡੈਂਡਰਾਈਟਸ ਗ੍ਰਹਿਣ ਕਰਦੇ ਹਨ। ਨਿਊਰੋਨ ਉਸ ਨੂੰ ਬਿਜਲੀ ਸੰਕੇਤਾਂ ਵਿੱਚ ਬਦਲ ਦਿੰਦੇ ਹਨ। ਇਹ ਬਿਜਲੀ ਸੰਕੇਤ ਸੈੱਲ ਬਾਡੀ ਦੁਆਰਾ ਪ੍ਰਭਾਵਿਤ ਹੁੰਦੇ ਹਨ। ਸਨੈਪਸ ਵਿੱਚ ਹੁੰਦਾ ਹੋਇਆ ਇਹ ਦਿਮਾਗ ਤੱਕ ਪੁੱਜਦਾ ਹੈ। ਦਿਮਾਗ ਸੰਦੇਸ਼ ਗ੍ਰਹਿਣ ਕਰ ਉਸ 'ਤੇ ਅਨੁਕਿਰਿਆ ਕਰਦਾ ਹੈ। ਪ੍ਰੇਰਿਤ ਨਾੜੀ ਇਸ ਅਨੁਕਿਰਿਆ ਨੂੰ ਪੈਰ ਦੀਆਂ ਪੇਸ਼ੀਆਂ ਤੱਕ ਪਹੁੰਚਾਉਂਦੀ ਹੈ ਅਤੇ ਪੈਰ ਦੀਆਂ ਪੇਸ਼ੀਆਂ ਉਚਿਤ ਅਨੁਕਿਰਿਆ ਕਰਦੀਆਂ ਹਨ। ਮਤਲਬ ਇਹ ਹੈ, ਮੰਨ ਲਓ ਕਿ ਤੁਹਾਡੇ ਪੈਰ ਵਿੱਚ ਦਰਦ ਹੈ ਜਾਂ ਮੰਨ ਲਓ ਤੁਹਾਨੂੰ ਪੈਰ 'ਤੇ ਮੱਛਰ ਲੜਿਆ ਹੈ, ਤਾਂ ਤੁਹਾਡਾ ਦਿਮਾਗ ਕਿਵੇਂ ਉਸ ਦਾ ਰਿਸਪੌਂਸ ਦਿੰਦਾ ਹੈ, ਉਸ ਦੇ ਲਈ ਕਿੰਨੀ ਲੰਬੀ ਕਾਰਵਾਈ ਹੈ ਔਰ ਕਿੰਨੀ ਛੇਤੀ ਹੁੰਦੀ ਹੈ ਕਿ ਇੱਕ ਇਫੈਕਟਰ ਹੈ ਔਰ ਇੱਕ ਰਿਸੈਪਟਰ ਹੈ। ਕਿ ਦਿਮਾਗ ਨੂੰ ਪਹਿਲੇ ਇਨਫੋਰਮੇਸ਼ਨ ਗਈ ਹੈ ਕਿ ਤੁਹਾਡੇ ਪੈਰ 'ਤੇ ਕੁਝ ਹੋਇਆ ਹੈ, ਫਿਰ ਦਿਮਾਗ ਅੱਗੋਂ ਤੁਹਾਨੂੰ ਕਮਾਂਡ ਦਿੰਦਾ ਹੈ ਕਿ ਉਸ ਜਗ੍ਹਾ 'ਤੇ ਸਹਿਲਾਉਣਾ ਹੈ ਜਾਂ ਖਾਰਿਸ਼ ਕਰਨੀ ਹੈ। ਡੀਅਰ ਸਟੂਡੈਂਟਸ, ਹੁਣ ਵਾਰੀ ਹੈ ਤੁਹਾਡੇ ਹੋਮਵਰਕ ਦੀ। ਵੈਸੇ ਜਿਹੜੇ ਕੁਐਸਚਨ ਤੁਹਾਡੇ ਨਾਲ ਡਿਸਕਸ ਕੀਤੇ ਹਨ, ਇਹ ਕੁਐਸਚਨ ਤੁਸੀਂ ਧਿਆਨ ਨਾਲ ਸੁਣੇ ਹਨ ਅਤੇ ਇਹ ਆਪਣੀ ਕਾਪੀ ਵਿੱਚ ਵੀ ਕਰਨੇ ਹਨ। ਇਸ ਤੋਂ ਇਲਾਵਾ ਕੁਝ ਹੋਰ ਮਹੱਤਵਪੂਰਨ ਕੁਐਸਚਨ ਜੋ ਤੁਸੀਂ ਆਪਣੇ ਪੁਰਾਣੇ ਲੈਕਚਰ ਵਿੱਚ ਸੁਣੇ ਹੋਣਗੇ, ਉਹਨਾਂ ਦੇ ਆਨਸਰ ਤੁਸੀਂ ਆਪਣੀ ਕਿਤਾਬ ਵਿੱਚੋਂ ਲੱਭਣੇ ਹਨ ਅਤੇ ਆਪਣੀ ਕਾਪੀ ਵਿੱਚ ਲਿਖ ਕੇ ਆਪਣੇ ਅਧਿਆਪਕ ਤੋਂ ਚੈੱਕ ਵੀ ਕਰਵਾਉਣੇ ਹਨ। ਪਹਿਲਾ ਕੁਐਸਚਨ ਹੈ ਵਟ ਇਜ਼ ਏ ਨਿਊਰੋਨ। दूसरा क्वेश्चन है नेम एनी टू टाइप्स ऑफ ट्रॉपिज्म। तीसरा क्वेश्चन है मेंशन द रिसेप्टर्स फॉर लाइट एंड साउंड इन एनिमल्स। और लास्ट क्वेश्चन है व्हाट इज़ ए फाइटो हार्मोन। नेम एनी टू फाइटो हार्मोन्स। प्यारे विद्यार्थियों, लास्ट विच मैं तुहानू धन्नवाद के रूप में यही कहांगा कि जो भी क्वेश्चन मेरे द्वारा ਤੁਹਾਡੇ ਨਾਲ ਸਾਂਝੇ ਕੀਤੇ ਗਏ ਹਨ, ਇਹ ਸਾਰੇ ਹੀ ਕੁਐਸਚਨ ਬਹੁਤ ਮਹੱਤਵਪੂਰਨ ਹਨ ਔਰ ਇਹਨਾਂ ਕੁਐਸਚਨ ਨੂੰ ਤੁਸੀਂ ਆਪਣੀ ਕਾਪੀ ਵਿੱਚ ਨੋਟ ਵੀ ਕਰਨਾ ਹੈ, ਸ਼ਾਇਦ ਕੀਤਾ ਵੀ ਹੋਵੇਗਾ। ਉਸ ਤੋਂ ਬਾਅਦ ਤੁਹਾਡੀ ਇਹ ਇੱਕ ਕਿਸਮ ਦੀ ਰਿਵੀਜ਼ਨ ਹੋ ਗਈ। ਤੁਸੀਂ ਇਹਨਾਂ ਨੂੰ ਯਾਦ ਵੀ ਕਰਨਾ ਹੈ ਕਿਉਂਕਿ ਇਹ ਉਹੀ ਕੁਐਸਚਨ ਹਨ ਜਿਹੜੇ ਬੋਰਡ ਐਗਜ਼ਾਮ ਲਈ ਬਹੁਤ ਹੀ ਮਹੱਤਵਪੂਰਨ ਹਨ। ਮੈਨੂੰ ਆਸ ਹੈ ਤੁਸੀਂ ਸਾਰੇ ਹੀ ਕੁਐਸਚਨ ਧਿਆਨ ਨਾਲ ਸੁਣੇ ਹੋਣਗੇ ਔਰ ਜਿਹੜੇ ਅਭਿਆਸ ਲਈ ਦਿੱਤੇ ਹਨ ਉਹ ਤੁਸੀਂ ਆਪਣੀ ਕਾਪੀ ਵਿੱਚ ਵੀ ਕਰੋਗੇ। ਠੀਕ ਹੈ ਬੱਚੋ, ਥੈਂਕ ਯੂ।